ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਕਾਹਨ ਸਿੰਘ ਨਾਭਾ ਜੀ ਦੀ ਰਚਨਾ ਹਮ ਹਿੰਦੂ ਨਹੀਂ, ਭਾਗ 7ਵਾਂ। ਬ੍ਰਤ ਦੇ ਸੰਬੰਧ ਵਿੱਚ ਇੱਕ ਸਿੱਖ ਦੀ ਕਥਾ। ਜਨਮ ਅਸ਼ਟਮੀ ਕੋ ਦਿਨ ਆਵਾ, ਨਗਰ ਸਗਰ ਨਰ ਵਰਤ ਰਖਾਵਾ। ਨਿਰਭ ਕੀ ਆਗਿਆ ਪੁਰ ਮੈਂ ਹੋਈ, ਠਾਕੁਰ ਵਰਤ ਰੱਖੈ ਸਭ ਕੋਈ। ਪ੍ਰਾਤ ਭਈ ਤੇ ਸਭ ਚਲ ਜਾਵੋ, ਸਾਲ ਗ੍ਰਾਮ ਦਰਸ਼ਕੋ ਪਾਵੋ। ਚਰਣਾਮ੍ਰਿਤ ਤੇ ਵਰਤ ਉਪਾਰੋ, ਕ੍ਰਿਸ਼ਨ ਕ੍ਰਿਸ਼ਨ ਮੁਖ ਨਾਮ ਸੰਭਾਰੋ। ਯਥਾ ਯੋਗ ਕੀਨਸ ਨਰ ਸਭਹੂ, ਗੁਰ ਕੇ ਸਿੱਖ ਨ ਮਾਨੀ ਤਬਹੂ। ਨੈ ਅੰਮ੍ਰਿਤ ਕੀਨ ਨ ਮੰਦਰ ਗਇਓ, ਨੈ ਚਰਣਾਮ੍ਰਿਤ ਧਾਰਨ ਕਯੋ। ਨਿਕਟ ਜੇ ਨਰ ਪੇਖ ਕਰ ਤਿਸ ਚਾਲੀ, ਬੂਝਿਓ ਵਰਤ ਨ ਕੀਨ ਸਕਾਲੀ। ਆਜ ਨ ਗਮਨਿਓ ਠਾਕੁਰ ਦੁਆਰੇ, ਨੈ ਚਰਣਾਮ੍ਰਿਤ ਲੀਨ ਸਕਾਰੇ। ਸੁਨ ਸਭ ਤੇ ਭਈ ਕਲਿਆਣਾ, ਮਧੁਰ ਬਾਕ ਤਿਨ ਸੰਗ ਬਖਿਆਨਾ। ਪੁਰਖ ਜਾਗਤੋ ਠਾਕੁਰ ਮੇਰੋ, ਜੋ ਬੋਲਾ ਸੁਖ ਦੇਤ ਘਨੇਰੋ। ਪਾਹਨ ਜੜ ਕੀ ਸੇਵਾ ਬਾਦ, ਖਾਏ ਨਾ ਬੋਲੈ ਨੈ ਹਲਾਦ। ਤੁਮ ਕਬ ਕਬ ਬ੍ਰਤ ਧਾਰਨ ਕਰੋ, ਮਹਾ ਵਿਕਾਰਨ ਨੈ ਪਰਹਰੋ। ਹਮਰੇ ਗੁਰ ਕੇ ਸਿੱਖ ਹੈ ਜੇਈ, ਅਲਪ ਆਹਾਰ ਬਰਤ ਨਿਤ ਸੇਈ। ਕਾਮ ਕ੍ਰੋਧ ਕੋ ਸੰਜਮ ਸਦਾ, ਪ੍ਰਭ ਸਿਮਰਨ ਮੈਂ ਲਾਗਿਓ ਹਿਰਦਾ। ਇਤਿਆਦਿਕ ਸੁਨ ਕੈ ਨਰ ਸਾਰੇ, ਹਸੈ ਪਰਸ ਪਰ ਤਰਕ ਉਚਾਰੇ। ਬਿਦਤ ਬਾਤ ਪੁਰ ਮੈਂ ਭਈ ਸਾਰੇ, ਮਹਿ ਪਾਲਕ ਡਿਗ ਢਿਗ ਜਾਏ ਉਚਾਰੇ। ਏਕ ਵਿਦੇਸ਼ੀ ਨਰਪੁਰ ਆਇਓ, ਹਿੰਦੂ ਜਨਮ ਉਰ ਧਰਮ ਨਾ ਪਾਇਓ। ਸਾਲ ਗ੍ਰਾਮ ਤਰਕ ਕਰੰਤਾ, ਕਹਿ ਪਾਥਰ ਬ੍ਰਤ ਨਹੀਂ ਧਰੰਤਾ। ਇਤਿਆਦਿਕ ਨ੍ਰਿਪ ਸੁਨ ਕੈ ਕ੍ਰੋਧਾ, ਕਹਿਓ ਬੁਲਾਵੋ ਕਿਆ ਤਿਸ ਬੋਧਾ। ਇਕ ਨਰ ਆਏ ਹਕਾਰਿਓ ਤਾਹੀ, ਲੇਕਰ ਸੰਗ ਗਇਓ ਨ੍ਰਿਪ ਪਾਈ। ਪੇਖ ਮਹਿ ਪਾਲਕ ਰਿਸ ਕਰ ਕਹੈ, ਪੋ ਨਰ ਕੌਣ ਦੇਸ਼ ਤੂੰ ਰਹਿ। ਤਿਸ ਗੁਰ ਨੇ ਤੂੰ ਕਹੋ ਉਪਦੇਸ਼ਾ, ਕੌਣ ਧਰਮ ਕੋ ਧਾਰਿਓ ਬੇਸਾ। ਸੁਨ ਕੈ ਤਬ ਕਲਿਆਣਾ ਭਾਈ, ਕਹੀ ਗਾਥ ਨ੍ਰਿਪ ਕੇ ਅਗਵਾਈ। ਸ਼੍ਰੀ ਨਾਨਕ ਜਗ ਵਿਦਿਤ ਵਿਸਾਲਾ, ਤਿਨ ਗਾਦੀ ਉਪਰ ਇਸ ਕਾਲਾ। ਸ਼੍ਰੀ ਗੁਰੂ ਅਰਜਨ ਪੂਰਨ ਅਹੈ, ਤਿਨ ਕੇ ਸਿੱਖ ਹਮ ਬਾਂਛਤ ਲਹੈ। ਦੁ ਲੋਕਨ ਸੁਖ ਦੇ ਉਪਦੇਸ਼, ਤਿਨ ਕੀ ਬਾਣੀ ਪਠੈ ਹਮੇਸ਼। ਜਾਂਤੇ ਹਮ ਪਾਹਨ ਨ ਮਾਨੈ, ਦੇਖੈ ਸੁਨੈ ਨ ਖਾਏ ਬਖਾਨੈ। ਕਿਆ ਪ੍ਰਸੰਨ ਹੋਏ ਤਿਸਨੇ ਦੇਨਾ, ਤਾਂ ਕੀ ਸੇਵ ਕਰੇ ਕਿਆ ਲੈਨਾ। ਜੋ ਸਭ ਜੀਵਨ ਕੋ ਹੈ ਜੀਵ, ਜਿਸ ਅਲੰਬ ਚੇਤਨਤਾ ਥੀਵ। ਸਗਰੇ ਜਗ ਕੋ ਜੋ ਨਿਤ ਦਾਤਾ, ਸੋ ਤੁਮਨੇ ਪਾਹਨ ਕਰ ਜਾਤਾ। ਜਿਮ ਅਵਨੀ ਸਭ ਕੋ ਸੁਲਤਾਨ, ਤਿਸ ਕੋ ਮੂੜ ਕਰੈ ਮਸਨਮਾਨ। ਘਾਸ ਡਸਾਏ ਬਸਾਵਨ ਕੀਆ, ਆਵੋ ਇਹਾਂ ਬੈਠੀਐ ਮੀਆਂ। ਤੁਮਰੋ ਸਤ ਕਰੋ ਵਿਚਾਰਨ, ਪ੍ਰਭ ਕੋ ਪਾਹਨ ਕਰੋ ਉਚਾਰਨ। ਤਿਮ ਤੁਮਰੋ ਮਤ ਕਰੋ ਵਿਚਾਰਨ, ਪ੍ਰਭ ਕੋ ਪਾਹਨ ਕਰੋ ਉਚਾਰਨ। ਰਿਓ ਜੋ ਰਾਮ ਜਾਲ ਥਲ ਮੈਂ ਰਾਮ, ਇਤ ਉਤ ਦੂ ਲੋਕਨ ਵਿਸ਼ਰਾਮ। ਸਰਬ ਚਰਾਚਰ ਮੈਂ ਰਹਿ ਵਿਆਪੇ, ਤੀਨੋ ਕਾਲ ਬਿਖੇ ਥਿਰ ਆਪੇ। ਤੀਨ ਲੋਕ ਪਤ ਮਹਿਦ ਮਹਾਨਾ, ਅਪਰ ਨਾ ਪਇਤ ਜਾਸ ਸਮਾਨਾ। ਲਗ ਪਾਹਨ ਮੈਂ ਕਲਪੋ ਸੋਈ, ਪ੍ਰਭ ਪ੍ਰਸੰਨ ਤੁਮ ਪੈ ਕਿਮ ਹੋਈ। ਜਾਗਤ ਪੁਰਖ ਸੋ ਗੁਰੂ ਹਮਾਰੋ, ਸਦਾ ਸਹਾਇਕ ਤਾਂ ਵਿਚਾਰੋ। ਗੁਰ ਪ੍ਰਤਾਪ ਸੂਰਯ ਰਾਸ ਦੂਜੀ ਅੰਸ਼ੁਤੀ। ਉਪਸਰਲੇਖ 10ਵਾਂ। ਮਹੂਰਤ ਥਿਤ ਵਾਰ ਸ਼ਗਨ। ਆਪ ਮਹੂਰਤ ਸ਼ਗਨ ਥਿਤ ਔਰ ਵਾਰ ਆਦਿਕਾਂ ਦੇ ਵਿਸ਼ਵਾਸੀ ਹੋ, ਕਿ ਕਈ ਪ੍ਰਕਾਰ ਦਾ ਚੰਗਾ ਮੰਦਾ ਫਲ ਮੰਨਦੇ ਹੋ। ਪਰ ਸਿੱਖ ਧਰਮ ਵਿੱਚ ਇਹਨਾਂ ਭਰਮਾਂ ਦਾ ਤਿਆਗ ਹੈ। ਸੋਈ ਸ਼ਾਸਤ ਸੌਣ ਸੋਏ, ਜਿਤ ਜਪੀਐ ਹਰ ਨਾਉ। ਸ੍ਰੀ ਰਾਗ ਮਹਲਾ 5ਵਾਂ, ਪੰਨਾ 48।
ਸ਼ਗੁਨ ਅਪਸ਼ਗੁਨ ਤਿਸ ਕੋ ਲੱਗੈ ਜਿਸ ਚੀਤ ਨ ਆਵੈ। ਆਸਾ ਮਹਲਾ ਪੰਜਵਾਂ ਪੰਨਾ 401। ਪ੍ਰਭ ਹਮਾਰਾ ਸ਼ਾਸਤਰ ਸਾਉਣ ਸੂਖ ਸਹਿਜ ਆਨੰਦ ਗ੍ਰਹਿ ਭਾਉਣ। ਭੈਰੋਂ ਮਹਲਾ ਪੰਜਵਾਂ ਪੰਨਾ 1137। ਨਾਮ ਹਮਾਰਾ ਸਾਉਣ ਸੰਜੋਗ। ਭੈਰੋਂ ਮਹਲਾ ਪੰਜਵਾਂ ਪੰਨਾ 1145। ਸ਼ਨਿਸ਼ਰਵਾਰ ਸਾਉਣ ਸ਼ਾਸਤ ਵਿਚਾਰ। ਹਉਮੈ ਮੇਰਾ ਭਰਮੈ ਸੰਸਾਰ। ਮਨਮੁਖ ਅੰਧਾ ਦੂਜੈ ਭਾਏ। ਜਮ ਦਰ ਬਾਧਾ ਚੋਟਾ ਖਾਏ। ਗੁਰ ਪ੍ਰਸਾਦੀ ਸਦਾ ਸੁਖ ਪਾਏ। ਸਚ ਕਰਨੀ ਸਾਚ ਲਿਵ ਲਾਏ। ਬਿਲਾਵਲ ਮਹਲਾ ਤੀਜਾ ਵਾਰ 7 ਪੰਨਾ 841। ਥਿਤੀ ਵਾਰ ਸਭ ਸ਼ਬਦ ਸੁਹਾਏ। ਸਤਿਗੁਰ ਸੇਵੇ ਤਾਂ ਫਲ ਪਾਏ। ਥਿਤੀ ਵਾਰ ਸਭ ਆਵੈ ਜਾਏ। ਗੁਰ ਸ਼ਬਦ ਨਿਹਚਲ ਸਦਾ ਸੱਚ ਸਮਾਏ। ਥਿਤੀ ਵਾਰ ਤਾਂ ਜਾਂ ਸੱਚ ਰਾਤੇ। ਬਿਨ ਨਾਮੈ ਸਭ ਭਰਮੈ ਕਾਚੇ। ਮਨਮੁਖ ਮਰੈ ਮਰ ਬਿਗਤੀ ਜਾਏ। ਏਕ ਨ ਚੇਤੈ ਦੂਜਾ ਲੋਭਾਏ। ਐਥੈ ਸੁਖ ਨਾ ਆਗੈ ਹੋਏ। ਮਨਮੁਖ ਮੋਏ ਆਪਣਾ ਜਨਮ ਖੋਏ। ਸਤਿਗੁਰ ਸੇਵੇ ਭਰਮ ਚੁਕਾਏ। ਘਰ ਹੀ ਅੰਦਰ ਸੱਚ ਮਹਿਲ ਪਾਏ। ਆਪੇ ਪੂਰਾ ਕਰੇ ਸੋ ਹੋਏ। ਇਹ ਥਿਤੀ ਵਾਰ ਦੂਜਾ ਦੋਏ। ਸਤਿਗੁਰ ਬਾਝੋਂ ਅੰਧ ਗੁਬਾਰ। ਥਿਤੀ ਵਾਰ ਸੇਵੈ ਮੁਗਧ ਗਵਾਰ। ਨਾਨਕ ਗੁਰਮੁਖ ਬੂਝੈ ਸੋਝੀ ਪਾਏ। ਇਕ ਨਾਮ ਸਦਾ ਰਹਿਆ ਸਮਾਏ। ਬਿਲਾਵਲ ਮਹਲਾ ਤੀਜਾ ਪੰਨਾ 842। ਸਾਉਣ ਸ਼ਗੁਨ ਵਿਚਾਰਣੇ ਨੌ। ਗ੍ਰਹਿ 12 ਰਾਸ ਵਿਚਾਰਾ। ਕਾਮਣ ਟੂਣੇ ਔਸੀਆਂ ਕਣਸੋਈ ਪਾਸਾਰ ਪਸਾਰਾ। ਗਧੋ ਕੁੱਤੇ ਬਿੱਲੀਆਂ ਇਲ ਮਲਾਲੀ ਗਿੱਦੜ ਛਾਰਾ। ਨਾਰ ਪੁਰਖ ਪਾਣੀ ਅਗਨ ਛਿਕ ਪਦ ਹਿੜਕੀ ਵਰਤਾਰਾ। ਥਿਤਵਾਰ ਭਦਰਾ ਭਰਮ ਦਿਸ਼ਾ ਸ਼ੂਲ ਸੰਸਾ ਸੰਸਾਰਾ। ਵਾਲ ਛਾਲ ਕਰ ਵਿਸ਼ਵਾਸ ਲਖ। ਬਹੁ ਚੁਖੀ ਕਿਉ ਰਵੈ ਪਧਾਰਾ। ਗੁਰਮੁਖ ਸੁਖ ਫਲ ਪਾਰ ਉਤਾਰਾ। ਭਾਈ ਗੁਰਦਾਸ ਵਾਰ ਪੰਜਵੀਂ। ਸੱਜਾ ਖੱਬਾ ਸੌਣ ਨਾ ਮਨ ਵਸਾਇਆ। ਨਾਰ ਪੁਰਖ ਨੂੰ ਵੇਖ ਨਾ ਪੈਰ ਹਟਾਇਆ। ਭਾਖ ਸੁਭਾਖ ਵਿਚਾਰ ਨਾ ਛਿਕ ਮਨਾਇਆ। ਦੇਵੀ ਦੇਵ ਨਾ ਸੇਵ ਨਾ ਪੂਜ ਕਰਾਇਆ। ਭੰਬਲ ਭੂਸੇ ਖਾਏ ਨਾ ਮਨ ਭਰਮਾਇਆ। ਗੁਰ ਸਿੱਖ ਸੱਚਾ ਖੇਤ ਬੀਜ ਫਲਾਇਆ। ਭਾਈ ਗੁਰਦਾਸ ਵਾਰ 20। ਵੈਸ਼ਨੋ ਅਨੰਨ ਬ੍ਰਹਮਨ ਸਾਲ ਗ੍ਰਾਮ ਸੇਵਾ। ਗੀਤਾ ਭਗਵਤ ਸਰੂਤਾ ਇਕਾਕੀ ਕਹਾਵਈ। ਤੀਰਥ ਧਰਮ ਦੇਵ ਯਾਤਰਾ ਕੋ ਪੰਡਤ ਪੂਛ। ਕਰਤ ਗਵਨ ਸੋ ਮਹੂਰਤ ਸੋਧਾਵਈ। ਬਾਹਰ ਨਿਕਸ ਗਰਦ ਵਿਸਵਾਨ ਸਗਨ ਕੈ। ਸ਼ੰਕਾ ਉਪਾਰਜਤ ਬਹੁਰ ਘਰ ਆਵਈ। ਬਾਤ ਪਤ ਬ੍ਰਤ ਗੈ ਰਹਿ ਸਖਤ ਨਾ ਏਕ ਟੇਕ। ਦੁਬਿਧਾ ਅਛਤ ਨਾ ਪਰਮ ਪਦ ਪਾਵਈ। ਗੁਰ ਸਿੱਖ ਸੰਗਤ ਮਿਲਾਪ ਕੋ ਪ੍ਰਤਾਪਿਆ ਸੋ। ਪਤ ਬ੍ਰਤ ਏਕ ਟੇਕ ਦੁਬਿਧਾ ਨਿਵਾਰੀ ਹੈ। ਪੂਛਤ ਨਾ ਜੋਤਕ ਔ ਬੇਦ ਥਿਤ ਵਾਰ ਕਛ। ਗ੍ਰਹਿ ਔ ਨਛਤਰ ਕੀ ਨਾ ਸ਼ੰਕਾ ਔਰ ਧਾਰੀ ਹੈ। ਜਾਨਤ ਨ ਸਗਨ ਲਗਨ ਆਨ ਦੇਵ ਸੇਵ। ਸ਼ਬਦ ਸੁਰਤ ਲਿਵ ਨੇ ਨਿਰੰਕਾਰੀ ਹੈ। ਸਿੱਖ ਸੰਤ ਬਾਲਕ ਸ਼੍ਰੀ ਗੁਰੂ ਪ੍ਰਤਿਪਾਲਕ ਹੈ। ਜੀਵਨ ਮੁਕਤ ਗਤ ਬ੍ਰਹਮ ਵਿਚਾਰੀ ਹੈ। ਗੁਰਮੁਖ ਮਾਰਗ ਮੈਂ ਮਨਮੁਖ ਥਕਤ ਹੈ। ਲਗਨ ਸ਼ਗਨ ਮਾਨੈ ਕੈਸੇ ਮਨ ਮਾਨੀਐ। ਕਬਿਤ ਭਾਈ ਗੁਰਦਾਸ। ਸਿੱਖ ਅਨੰਨ ਪੰਡਤ ਦੇਖੇ ਐਸੇ। ਗ੍ਰਹਿ ਥਿਤ ਵਾਰ ਨਾ ਮਾਨੈ ਕੈਸੇ। ਏਕ ਭਰੋਸਾ ਪ੍ਰਭ ਕਾ ਪਾਏ। ਤਿਆਗ ਲਗਨ ਅਰਦਾਸ ਕਰਾਏ। ਗੁਰਬਿਲਾਸ ਪਾਤਸ਼ਾਹੀ ਛੇਵੀਂ ਅਧਿਆਇ 6। ਭਾਈ ਨੰਦ ਲਾਲ ਸਾਹਿਬ ਤੋਸੀ ਫੋਸਨਾ ਵਿੱਚ ਲਿਖਦੇ ਹਨ ਕਿ ਜਗਤ ਸੁਧਾਰਨ ਗੁਰੂ ਨਾਨਕ ਦੇਵ ਅਵਿਦਿਆ ਭਰਮ ਔਰ ਵਹਿਮਾਂ ਦੇ ਵਿਰੋਧੀ ਹਨ। ਯਥਾ ਜਿਦੁਲ ਗਰੀਕ ਨੁਲ ਬਹਾਰਿਲ ਰਸੂਮਾਤ ਵਲ ਆਦਾਤ।
ਮੁਅਫਿਖਲ ਸ਼ਨਾਵਰੂਨਲ ਸ਼ਿਵਾਤਲ ਖਯੂਲ ਵਲ ਵਾਹਮਾਤ। ਅਰਥਾਤ ਜੋ ਲੋਕ ਭਰਮ ਸੰਬੰਧੀ ਰਿਵਾਜ ਔਰ ਰਸਮਾਂ ਦੇ ਸਮੁੰਦਰ ਵਿੱਚ ਡੁੱਬੇ ਹੋਏ ਹਨ, ਗੁਰੂ ਸਾਹਿਬ ਉਹਨਾਂ ਦੇ ਵਿਰੁੱਧ ਹਨ, ਔਰ ਜੋ ਵਹਿਮੀ ਖਿਆਲਾਂ ਦੇ ਸਮੁੰਦਰ ਤੋਂ ਤਰ ਕੇ ਪਾਰ ਹੋਣ ਵਾਲੇ ਹਨ, ਉਹਨਾਂ ਦੇ ਅਨੁਸਾਰੀ ਹਨ। ਉਪ ਸਿਰਲੇਖ 11ਵਾਂ ਪ੍ਰੇਤ ਕਿਰਿਆ ਸ਼ਰਾਧ ਤੀਰਥ। ਆਪ ਪ੍ਰੇਤ ਕਿਰਿਆ ਦੁਆਰਾ ਗਿਆ ਆਦਿਕ ਤੀਰਥਾਂ ਪਰ ਪਿੰਡ ਦਾਨ ਦੇਣ ਕਰਕੇ ਜੀਵ ਦੀ ਗਤੀ ਮੰਨਦੇ ਹੋ, ਔਰ ਪਿਤਰਾਂ ਨੂੰ ਤ੍ਰਿਪਤ ਕਰਨ ਲਈ ਸ਼ਰਾਧ ਕਰਾਉਂਦੇ ਹੋ। ਔਰ ਇਸ ਵਿਸ਼ੇ ਆਪ ਦੇ ਧਰਮ ਪੁਸਤਕ ਦਾ ਇਹ ਕਥਨ ਹੈ, ਸ਼ਰਾਧਾਂ ਦੇ ਦਿਨਾਂ ਵਿੱਚ ਪਿਤਰਪੁਰੀ ਖਾਲੀ ਹੋ ਜਾਂਦੀ ਹੈ। ਸਾਰੇ ਪਿਤਰ ਸ਼ਰਾਧ ਦਾ ਅੰਨ ਖਾਣ ਲਈ ਮਾਤ ਲੋਕ ਵਿੱਚ ਭੱਜ ਕੇ ਆ ਜਾਂਦੇ ਹਨ। ਮਗਰੋਂ ਕੋਈ ਡਾਕਾ ਮਾਰ ਗਿਆ, ਜੇ ਉਹਨਾਂ ਨੂੰ ਨਾ ਖਵਾਇਆ ਜਾਵੇ ਤਾਂ ਸ਼ਰਾਬ ਦੇ ਕੇ ਚਲੇ ਜਾਂਦੇ ਹਨ। ਸ਼ਰਾਧ ਕਰਾਉਣ ਜਿਹਾ ਹੋਰ ਕੋਈ ਪੁੰਨ ਨਹੀਂ। ਸੁਮੇਰ ਪਰਬਤ ਜਿੰਨੇ ਭਾਰੀ ਪਾਪ ਕੀਤੇ ਹੋਏ ਸ਼ਰਾਧ ਕਰਨ ਕਰਕੇ ਤੁਰਤ ਨਾਸ ਹੋ ਜਾਂਦੇ ਹਨ। ਸ਼ਰਾਧ ਕਰਕੇ ਹੀ ਆਦਮੀ ਸਵਰਗ ਨੂੰ ਪ੍ਰਾਪਤ ਹੁੰਦਾ ਹੈ। ਅਤਰ ਸਹਿੰਤਾ। ਸ਼ਰਾਧ ਕਰਨ ਤੋਂ ਪਹਿਲਾਂ ਅੱਗ ਵਿੱਚ ਹੋਮ ਕਰੇ। ਜੇ ਅੱਗ ਨਾ ਹੋਵੇ ਤਾਂ ਬ੍ਰਾਹਮਣ ਦੇ ਹੱਥ ਪਰ ਹੋਮ ਕਰੇ, ਕਿਉਂਕਿ ਬ੍ਰਾਹਮਣ ਅਤੇ ਅਗਨੀ ਇੱਕੋ ਰੂਪ ਹਨ। ਮਨੂ ਅਧਿਆਚਾਰ ਸਤਰ 212। ਸ਼ਰਾਧ ਵਿੱਚ ਜੇ ਪਿਤਰਾਂ ਵਾਸਤੇ ਤਿਲ, ਚੌਲ, ਜੌਂ, ਮਾਂਹ ਔਰ ਸਾਗ ਤਰਕਾਰੀ ਦਿੱਤੀ ਜਾਵੇ ਤਾਂ ਪਿਤਰ 1 ਮਹੀਨਾ ਰੱਜੇ ਰਹਿੰਦੇ ਹਨ। ਮੱਛੀ ਦੇ ਮਾਸ ਨਾਲ 2 ਮਹੀਨੇ, ਹਰਣ ਦੇ ਮਾਸ ਨਾਲ 3 ਮਹੀਨੇ, ਮੀਂਢੇ ਦੇ ਮਾਸ ਨਾਲ 4 ਮਹੀਨੇ, ਪੰਛੀਆਂ ਦੇ ਮਾਸ ਕਰਕੇ 5 ਮਹੀਨੇ, ਬੱਕਰੇ ਦੇ ਮਾਸ ਨਾਲ 6 ਮਹੀਨੇ, ਚਿੱਤਲ ਦੇ ਮਾਸ ਕਰਕੇ 7 ਮਹੀਨੇ, ਚਿੰਕਾਰੇ ਦੇ ਮਾਸ ਨਾਲ 8 ਮਹੀਨੇ, ਲਾਲ ਮ੍ਰਿਗ ਦੇ ਮਾਸ ਕਰਕੇ 9 ਮਹੀਨੇ, ਝੋਟੇ ਅਤੇ ਸੂਰ ਦੇ ਮਾਸ ਨਾਲ 10 ਮਹੀਨੇ, ਕੱਛੂ ਔਰ ਸਹੇ ਦਾ ਮਾਸ ਦੇਣ ਕਰਕੇ ਪਿਤਰ 11 ਮਹੀਨੇ ਰੱਜੇ ਰਹਿੰਦੇ ਹਨ। ਇਤਿਆਦ। ਮਨੂ ਅਧਿਆਤ 3 ਸਤਰ 267 ਤੋਂ 270 ਔਰ ਵਿਸ਼ਨੂੰ ਸਮ੍ਰਿਤੀ ਅਧਿਆ 80। ਜਿਸ ਬ੍ਰਾਹਮਣ ਦੇ ਵੈਸ਼ਨਵ ਮਤ ਦਾ ਤਿਲਕ ਨਾ ਹੋਵੇ, ਜੇ ਉਸ ਨੂੰ ਸ਼ਰਾਧ ਵਿੱਚ ਭੋਜਨ ਦਿੱਤਾ ਜਾਵੇ ਤਾਂ ਸ਼ਰਾਧ ਕਰਾਉਣ ਵਾਲੇ ਦੇ ਪਿਤਰ ਨਿਰਸੰਦੇਹ ਵਿਸ਼ਟਾ ਔਰ ਮੂਤ ਖਾਂਦੇ ਪੀਂਦੇ ਹਨ। ਵ੍ਰਿਧ ਹਾਰੀਤ ਸਹਿੰਤਾ ਅਧਿਆਤ। ਗੁਰਮਤਿ ਵਿੱਚ ਉੱਪਰ ਲਿਖੇ ਭਰਮਾਂ ਤੋਂ ਵਿਰੁੱਧ ਗੁਰੂ ਸਾਹਿਬ ਨੇ 7 ਉਪਦੇਸ਼ ਇਸ ਪ੍ਰਕਾਰ ਕਥਨ ਕੀਤਾ ਹੈ। ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੁਖਿਆ ਚੁਕਾ ਜਮ ਸਿਉ ਮੇਲ। ਲੋਕਾ ਮਤ ਕੋ ਫਕੜ ਪਾਏ, ਲੱਖ ਮਣਿਆ ਕਰ ਏਕਠੇ ਏਕ ਰਤੀ ਲੈ ਭਾਏ। ਰਹਾਉ। ਪਿੰਡ ਪਤਲ ਮੇਰੀ ਕੇਸੋਂ ਕਿਰਿਆ, ਸਚ ਨਾਮ ਕਰਤਾਰ। ਐਥੈ ਉਥੈ ਆਗੈ ਪਾਛੈ ਇਹ ਮੇਰਾ ਆਧਾਰ। ਗੰਗ ਬਨਾਰਸ ਸਿਫਤ ਤੁਮਾਰੀ ਨਾਮੈ, ਆਤਮ ਰਾਉ ਸੱਚਾ ਨਾਵਣ ਤਾਂ ਥੀਐ ਜਾਂ ਅਹਨਸ ਲਾਗੈ ਭਾਉ। ਇੱਕ ਲੋਕੀ ਹੋਰ ਸ਼ਮਸ਼ਰੀ ਬ੍ਰਾਹਮਣ ਵਟ ਪਿੰਡ ਖਾਏ, ਨਾਨਕ ਪਿੰਡ ਬਖਸ਼ੀਸ਼ ਕਾ ਕਬਹੂ ਨਿਖੂਟਸ ਨਾਏ। ਆਸਾ ਮਹਲਾ ਪਹਿਲਾ ਪੰਨਾ 358। ਆਇਆ ਗਿਆ ਮੁਆ ਨਾਉ, ਪਿਛੈ ਪਤਲ ਸਦਿਓ ਕਾਮ। ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਵਾਰ ਮਾਝ ਮਹਲਾ ਪਹਿਲਾ ਪੰਨਾ 138। ਨਾਨਕ ਅੱਗਾ ਸੋ ਮਿਲੈ ਜੇ ਖੱਟੇ ਘਾਲੇ ਦੇ। ਵਾਰ ਆਸਾ ਮਹਲਾ ਪਹਿਲਾ
ਪੰਨਾ 472। ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਨਾਨਕ ਏਥੈ ਕਮਾਵੈ ਸੋ ਮਿਲੈ ਅੱਗੇ ਪਾਏ ਜਾਏ। ਵਾਰ ਬਿਹਾਗੜਾ ਮਹਲਾ ਤੀਜਾ ਪੰਨਾ 556। ਜੀਵਤ ਪਿਤਰ ਨਾ ਮਾਨੈ ਕੋ, ਮੋਇ ਸਰਾਧ ਕਰਾਹੀ। ਪਿਤਰ ਵੀ ਬਪੁਰੇ ਕੋ, ਕਿਉ ਪਾਵੈ ਕਊਆ ਕੂਕਰ ਖਾਹੀ। माटी के कर देवी देवा, तिस आज्ञा जियो देही। ऐसे पितर तुम्हारे कहिए, आपन कहा न लेही। गौड़ी कबीर पन्ना 332। ए मन मैला एक ना ध्याए, अंतर मैल लागी बहु दूजा भाई। तट तीर्थ दिसंतर भवै अहंकारी, होर ਵਧੇਰਾ ਹਉਮੈ ਮੈਂ ਮਲ ਲਾਵਣਿਆ। ਮਾਝ ਮਹਲਾ ਤੀਜਾ ਪੰਨਾ 116। ਤੀਰਥ ਪੂਰਾ ਸਤਿਗੁਰੂ ਜੋ ਅਨਦਿਨ ਹਰ ਹਰ ਨਾਮ ਧਿਆਏ। ਵਾਰ ਮਾਝ ਮਹਲਾ ਚੌਥਾ ਪੰਨਾ 140। ਤੀਰਥ ਨਹਾਏ ਨਾ ਉਤਰਸ ਮੈਲ, ਕਰਮ ਧਰਮ ਸਭ ਹਉਮੈ ਫੈਲ। ਰਾਮਕਲੀ ਮਹਲਾ ਪੰਜਵਾਂ ਪੰਨਾ 890। ਮਕਰ ਪ੍ਰਾਗ ਦਾਨ ਬਹੁ ਕੀਆ, ਸ਼ਰੀਰ ਦਿਓ ਅਧ ਕਾਟ। ਬਿਨ ਹਰ ਨਾਮ ਕੋ ਮੁਕਤ ਨਾ ਪਾਵੈ, ਬਹੁ ਕੰਚਨ ਦੀਜੈ ਕਟ ਕਾਟ। ਮਾਲੀ ਗੌੜਾ ਮਹਲਾ ਚੌਥਾ ਪੰਨਾ 986। ਤੀਰਥ ਨਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਧਨਾਸਰੀ ਮਹਲਾ ਪਹਿਲਾ ਪੰਨਾ 687। ਗੁਰ ਦਰਿਆਉ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੇ। ਸਤਿਗੁਰ ਪਾਇਐ ਪੂਰਾ ਨਾਵਣ, ਪਸ਼ੂ ਪਰੇ ਤੋਂ ਦੇਵ ਕਰੇ। ਪ੍ਰਭਾਤੀ ਮਹਲਾ ਪਹਿਲਾ ਪੰਨਾ 1329। ਅਨੇਕ ਤੀਰਥ ਜੇ ਯਤਨ ਕਰੈ, ਤਾਂ ਅੰਤਰ ਕੀ ਹਉਮੈ ਕਦੇ ਨਾ ਜਾਏ। ਗੂਜਰੀ ਮਹਲਾ ਤੀਜਾ ਪੰਨਾ 490। ਮਨ ਮੈਲਾ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਇਹ ਜਗ ਭਰਮ ਭੁਲਾਇਆ, ਵਿਰਲਾ ਬੂਝੈ ਕੋਈ। ਵਡਹੰਸ ਮਹਲਾ ਤੀਜਾ ਪੰਨਾ 558। ਸੱਚਾ ਤੀਰਥ ਜਿਤ ਸਤ ਸਰ ਨਾਵਣ, ਗੁਰਮੁਖ ਆਪ 부ਝਾਏ। ਸੂਹੀ ਮਹਲਾ ਤੀਜਾ ਪੰਨਾ 753। ਜਲ ਕੈ ਮਜਨ ਜੇ ਗਤ ਹੋਵੈ, ਨਿਤ ਨਿਤ ਮੈਂਡਕ ਨਾਵੈ। ਜੈਸੇ ਮੈਂਡਕ ਤੈਸੇ ਓਏ ਨਰ, ਫਿਰ ਜੋਨੀ ਆਵੈ। ਆਸਾ ਕਬੀਰ ਪੰਨਾ 484। ਗੰਗ ਬਨਾਰਸ ਹਿੰਦੂਆਂ ਮੁਸਲਮਾਨਾ, ਮੱਕਾ ਕਾਬਾ। ਘਰ ਘਰ ਬਾਬਾ ਗਾਵੀਐ, ਵਜਨ ਤਾਲ ਮਿਰਦੰਗ ਰਬਾਬਾ। ਭਾਈ ਗੁਰਦਾਸ ਵਾਰ 24। ਸੁਰਸਰੀ ਸੁਰਸਤੀ ਜਮਨਾ ਔ ਗੋਦਾਵਰੀ। ਗਿਆ ਪ੍ਰਾਗ ਸੇਦ ਕੁਰਖੇਤ ਮਾਨਸਰ ਹੈ। ਕਾਂਛੀ ਕਾਂਤੀ ਦਵਾਰਵਤੀ, ਮਾਇਆ ਮਥੁਰਾ ਅਯੋਧਿਆ। ਗੋਮਤੀ ਅਵੰਤਕਾ ਕੇਦਾਰ ਹਿਮਧਰ ਹੈ। ਨਰਬਦਾ ਬਿਦ ਬਨ ਦੇਵ ਸਥਲ ਕਬੀਲਾਸ। ਨੀਲ ਮੰਦਰਾਚਲ ਸੁਮੇਰ ਗਿਰਵਰ ਹੈ। ਤੀਰਥ ਅਰਥ ਸਤ ਧਰਮ ਦਇਆ ਸੰਤੋਖ। ਸ੍ਰੀ ਗੁਰ ਚਰਨ ਰਜ ਤੁਲ ਨਾ ਸਗਰ ਹੈ। ਕਬਿੱਤ ਭਾਈ ਗੁਰਦਾਸ। ਭਾਈ ਨੰਦ ਲਾਲ ਸਾਹਿਬ ਕਥਨ ਕਰਦੇ ਹਨ, ਤਹਿਰੇ ਗੰਗ ਅਜ ਗੁਬਾਰੇ ਪਾਏ ਸ਼ਾਂ। ਸ਼ਸਤੋ ਹਸਤ ਐਜ਼ ਨਮੇ ਹਵਾਏ ਸ਼ਾ। ਤੌਸੀ ਫੋਸਨਾ ਭਾਈ ਨੰਦ ਲਾਲ। ਅਰਥਾਤ ਗੰਗਾ ਦੀ ਪਵਿੱਤਰਤਾ ਉਹਨਾਂ ਦੇ ਚਰਨਾਂ ਦੀ ਬਰਕਤ ਕਰਕੇ ਹੈ, ਔਰ 68 ਤੀਰਥ ਉਹਨਾਂ ਦੇ
ਬੱਦਲ ਦੀ ਇੱਕ ਬੂੰਦ ਹਨ। ਹਿੰਦੂ। ਜੇ ਆਪ ਦੇ ਮਤ ਵਿੱਚ ਸ਼ਰਾਧ ਨਹੀਂ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਿਤਾ ਦਾ ਅਥੇ ਨੂੰ ਸ਼ਰਾਧ ਕਰਕੇ ਅਸੂ ਵਧੀ ਦਾਹ ਨੂੰ ਕਿਉਂ ਸਰੀਰ ਛੱਡਿਆ? ਔਰ ਜੇ ਆਪ ਦੇ ਮਤ ਵਿੱਚ ਕਿਰਿਆ ਕਰਮ ਪਿੰਡ ਦਾਨ ਆਦਿਕ ਵਿਧਾਨ ਨਹੀਂ ਤਾਂ ਗੁਰੂ ਅਮਰਦਾਸ ਜੀ ਨੇ ਸੱਦ ਵਿੱਚ ਇਹ ਕਿਉਂ ਆਖਿਆ ਹੈ? ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸ਼ੋ ਗੋਪਾਲ ਪੰਡਿਤ ਸਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ, ਬੇਬਾਨ ਹਰ ਰੰਗ ਗੁਰ ਭਾਵੇ, ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਰਾਮਕਲੀ ਸਦ ਪੰਨਾ 923। ਔਰ ਗੁਰੂ ਸਾਹਿਬਾਨ ਤੀਰਥਾਂ ਉੱਤੇ ਆਪ ਕਿਉਂ ਜਾਂਦੇ ਰਹੇ ਹਨ? ਸਿੱਖ। ਪਿਆਰੇ ਹਿੰਦੂ ਭਾਈ, ਗੁਰੂ ਨਾਨਕ ਦੇਵ ਅਸੂ ਸੁਦੀ ਦਾਹ ਨੂੰ ਜੋਤੀ ਜੋਤ ਸਮਾਏ ਹਨ, ਜਿਹਾ ਕਿ ਪ੍ਰਾਚੀਨ ਸਾਖੀਆਂ ਵਿੱਚ ਲਿਖਿਆ ਹੈ। ਔਰ ਭਾਈ ਮਨੀ ਸਿੰਘ ਜੀ ਵੀ ਗਿਆਨ ਰਤਨਾਵਲੀ ਵਿੱਚ ਅਸੂ ਸੁਦੀ ਦਸ ਨੂੰ ਲਿਖਦੇ ਹਨ। ਔਰ ਸਾਰੇ ਗੁਰਦੁਆਰਿਆਂ ਵਿੱਚ ਚਾਨਣੀ ਦਸਵੀਂ ਦਾ ਹੀ ਗੁਰਪੁਰਬ ਮਨਾਇਆ ਜਾਂਦਾ ਹੈ। ਸ਼ਰਾਧ ਮਹਾਤਮ ਪ੍ਰਗਟ ਕਰਨ ਵਾਲੇ ਪਰਪੰਚੀਆਂ ਨੇ ਕਈ ਸਾਖੀਆਂ ਵਿੱਚ ਸ਼ਰਾਧਾਂ ਦੀ ਦਸਵੀਂ ਲਿਖ ਦਿੱਤੀ ਹੈ। ਆਪ ਇਤਨਾ ਹੀ ਵਿਚਾਰੋ ਕਿ ਜੇ ਗੁਰੂ ਨਾਨਕ ਦੇਵ ਆਪਣੇ ਪਵਿੱਤਰ ਸ਼ਬਦਾਂ ਵਿੱਚ ਸ਼ਰਾਧ ਆਦਿਕ ਕਰਮਾਂ ਦਾ ਖੰਡਨ ਕਰਦੇ ਰਹੇ ਹਨ, ਜਿਹਾ ਕਿ ਆਪ ਨੂੰ ਹੁਣੇ ਹੀ ਸੁਣਾਇਆ ਗਿਆ ਹੈ, ਔਰ ਗਿਆ ਪਰ ਪਿੰਡ ਦਾਨ ਆਦਿਕ ਦੇਣ ਤੋਂ ਇਨਕਾਰੀ ਹਨ, ਕਿ ਉਹ ਕਦੇ ਸ਼ਰਾਧ ਕਰ ਸਕਦੇ ਹਨ? ਇਸ ਥਾਂ ਆਪ ਨੂੰ ਗੁਰੂ ਨਾਨਕ ਦੇਵ ਜੀ ਦਾ ਸ਼ਰਾਧ ਦੇ ਸੰਬੰਧ ਵਿੱਚ ਇੱਕ ਪ੍ਰਸੰਗ ਸੁਣਾਉਣਾ ਯੋਗ ਸਮਝਦੇ ਹਾਂ। ਸਰਬ ਸੌਜ ਕਾਲੂ ਅਨਵਾਈ, ਗੌਤ ਸ਼ਰਾਧ ਕਰਨੇ ਬਨਵਾਈ, ਪੰਡਿਤ ਇੱਕ ਬੁਲਾਏ ਤੇ ਕਾਲਾ, ਬੈਠਿਓ ਕਰਨ ਸ਼ਰਾਧ ਵਿਸਾਲਾ, ਤਬ ਚਲ ਸਹਿਜ ਸੁਭਾਇਕ ਆਏ, ਜੇ ਬੇਦੀ ਕੁਲ ਭਾਨ ਸੁਹਾਏ, ਪਰਜੇ ਕੌਣ ਕਾਜ ਮਹਿ ਤਾਤਾ, ਭੀੜ ਅਜਾਰ ਕਹੀਏ ਬਿਰਤਾਂਤਾ, ਸੁਨ ਕਰ ਕਾਲੂ ਬਚਨ ਉਚਾਰੇ, ਪਿਤਰਨ ਕੇਰ ਸ਼ਰਾਧ ਹਮਾਰੇ, हे ਪਿਤ ਸਤ ਬਚਨ ਤੁਮ ਮਾਨੋ, ਉਨਵਾਨ ਅਤਿਸ਼ੈ ਨਿਜ ਜਾਨੋ, ਪਿਤਰ ਗਏ ਤੁਮਰੇ ਅਸ ਠੋਰੀ, ਭੂਖ ਰੋ ਪਿਆਸ ਜਹਾਂ ਨੈ ਥੋਰੀ, ਜਿਨਕੇ ਮਨ ਅਭਿਲਾਖਾ ਨਾਹੀ, ਕਰੈ ਸ਼ਰਾਧ ਸੰਤਦ ਕਿਉ ਤਾਹੀ। ਗੁਰੂ ਨਾਨਕ ਪ੍ਰਕਾਸ਼ ਉਤਰਾਰਧ ਅਧਿਆਇ 6। ਇਸ ਤੋਂ ਆਪ ਦੇਖ ਸਕਦੇ ਹੋ ਕਿ ਜੇ ਸਤਿਗੁਰੂ ਆਪਣੇ ਪਿਤਾ ਨੂੰ ਸ਼ਰਾਧ ਬਾਬਤ ਐਸਾ ਸੰਦੇਸ਼ ਦਿੰਦੇ ਹਨ ਕਿ ਉਹ ਪਿਤਾ ਦਾ ਸ਼ਰਾਧ ਕਰਨ ਬੈਠੇ, ਕਿ ਉਹ ਪਿਤਾ ਦਾ ਸ਼ਰਾਧ ਕਰਨ ਬੈਠੇ। ਦੂਜੀ ਸ਼ੰਕਾ ਜੋ ਆਪ ਨੇ ਸਦ ਬਾਬਤ ਕਹੀ ਹੈ, ਸੋ ਉਸ ਦਾ ਉੱਤਰ ਇਹ ਹੈ ਕਿ ਆਪ ਸਦ ਪ੍ਰਮਾਰਥ ਪੜੋ, ਉਸ ਤੋਂ ਸਾਰਾ ਭਰਮ ਦੂਰ ਹੋ ਜਾਊਗਾ। ਪਰ ਇੱਥੇ ਵੀ ਅਸੀਂ ਆਪ ਨੂੰ ਸੰਖੇਪ ਨਾਲ ਉੱਤਰ ਦਿੰਦੇ ਹਾਂ। ਗੁਰੂ ਅਮਰਦਾਸ ਸਾਹਿਬ ਨੇ ਕਿਸੇ ਖਾਸ ਕੇਸ਼ੋ ਪੰਡਿਤ ਦੇ ਬੁਲਾਉਣ ਦੀ ਆਗਿਆ ਨਹੀਂ ਦਿੱਤੀ। ਇਹ ਪਦ ਗੁਰੂ ਨਾਨਕ ਸਾਹਿਬ ਦੇ ਕਥਨ ਕੀਤੇ ਹੋਏ ਸ਼ਬਦ ਦੀ ਹੀ ਵਿਆਖਿਆ ਔਰ ਉਸੀ ਦੇ ਅਨੁਸਾਰ ਹੈ। ਯਥਾ ਪਿੰਡ ਪੱਤਲ ਮੇਰੀ ਕੇਸ਼ੋ, ਕਿਰਿਆ ਸੱਚ ਨਾਮ ਕਰਤਾਰ, ਆਸਾ ਲਾ ਪਹਿਲਾ ਪੰਨਾ 358। ਦੋਹਾਂ ਸਥਾਨਾਂ ਵਿੱਚ ਕੇਸ਼ੋ ਪਦ ਪ੍ਰਮਾਤਮਾ ਦਾ ਬੌਧਕ ਹੈ। ਸਦ ਦਾ ਅਰਥ ਇਸ ਤਰ੍ਹਾਂ ਹੈ, ਅੰਤ ਸਮੇਂ ਗੁਰੂ ਸਾਹਿਬ ਨੇ ਹੁਕਮ ਦਿੱਤਾ ਕਿ ਮੇਰੇ ਚਲਾਣੇ ਪਰ ਨਿਰਵਾਣ ਨਿਤ ਹਰ ਰਸ ਅਚਲ ਕਰਤੇ ਦਾ ਕੀਰਤਨ ਕਰਨਾ। ਭਾਵ ਇਹ ਹੈ ਕਿ ਦੇਹ ਧਾਰੀ ਦੇਵਤਿਆਂ ਦੇ ਕਹਾਣੀਆਂ ਕਿੱਸੇ ਔਰ ਗਰੁੜ ਪੁਰਾਣ ਦੇ ਵੈਦਾਇਕ ਪ੍ਰਸੰਗ ਨਾ ਸੁਣਾਉਣੇ, ਔਰ ਮੇਰੇ ਵਾਸਤੇ ਪਰਮਾਤਮਾ ਦਾ ਆਰਾਧਨ ਹੀ ਪੰਡਿਤ ਬੁਲਾਉਣਾ। ਭਾਵ ਇਹ ਕਿ ਬਜਾਏ ਕਿਸੇ ਪੰਡਿਤ ਬੁਲਾਉਣ ਦੇ ਸ੍ਰਿਸ਼ਟੀ ਪਾਲਕ ਗੋਪਾਲ ਦਾ ਕੀਰਤਨ ਕਰਾਣਾ, ਔਰ ਹਰ ਕਥਾ ਹੀ ਮੇਰੇ ਵਾਸਤੇ ਪੁਰਾਣ ਪੜ੍ਹਨਾ। ਵਾਹਿਗੁਰੂ ਜੀ ਕਥਾ ਹੀ ਪੜ੍ਹਨੀ ਸੁਣਨੀ, ਔਰ ਮੈਨੂੰ
ਗੁਰੂ ਨੂੰ ਬਿਬਾਨ ਕੱਢਣਾ, ਪਿੰਡ ਪਤਲ ਕਿਰਿਆ ਦੀਵਾ ਕਰਨਾ ਔਰ ਗੰਗਾ ਵਿੱਚ ਅਸਥੀਆਂ ਦਾ ਪ੍ਰਵਾਉਣਾ, ਇਹਨਾਂ ਸਭ ਕਰਮਾਂ ਦੀ ਥਾਂ ਵਾਹਿਗੁਰੂ ਦਾ ਪ੍ਰੇਮ ਹਰ ਰੰਗ ਹੀ ਪਾਉਂਦਾ ਹੈ। ਭਾਵ ਇਹ ਕਿ ਪਰਮਾਤਮਾ ਦਾ ਪ੍ਰੇਮ ਹੀ ਪ੍ਰਾਣੀ ਦੀ ਸਦਗਤੀ ਕਰਨ ਦਾ ਸਾਧਨ ਹੈ। ਬਾਕੀ ਹੋਰ ਪਾਖੰਡ ਕਰਮ ਕੇਵਲ ਇੰਦਰਜਾਲ ਹੈ। ਜੇ ਇਸ ਸੱਦ ਦੇ ਪਦ ਦਾ ਅਰਥ ਹਿੰਦੂਆਂ ਦੀ ਇੱਛਾ ਅਨੁਸਾਰ ਮੰਨ ਲਈਏ ਤਾਂ ਇਹ ਸ਼ੰਕਾ ਹੁੰਦੀਆਂ ਹਨ। ਗੁਰੂ ਅਮਰਦਾਸ ਸਾਹਿਬ ਆਪਣੀ ਪਵਿੱਤਰ ਬਾਣੀ ਵਿੱਚ ਕਥਨ ਕਰਦੇ ਹਨ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੰਚੀ ਆਖ ਵਖਾਣੀ। ਰਾਮਕਲੀ ਮਹਲਾ ਤੀਜਾ, ਆਨੰਦ ਪੰਨਾ 920। ਔਰ ਇਸੇ ਸੱਦ ਵਿੱਚ ਲਿਖਿਆ ਹੈ, ਅਵਰੋ ਨਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵਹਿ। ਰਾਮਕਲੀ ਸੱਦ ਪੰਨਾ 923। ਫਿਰ ਕਿਸ ਤਰ੍ਹਾਂ ਕਿਸੇ ਪੁਰਾਣ ਦੇ ਪੜ੍ਹਨ ਦੀ ਜੋ ਗੁਰਬਾਣੀ ਨਹੀਂ ਗੁਰੂ ਸਾਹਿਬ ਆਗਿਆ ਦਿੰਦੇ। ਦੇ ਅਭਿਮਾਨੀ ਪੰਡਤਾਂ ਔਰ ਭਰਮ ਰੂਪ ਕਰਮਾਂ ਬਾਬਤ ਗੁਰੂ ਅਮਰਦਾਸ ਜੀ ਦੀ ਇਹ ਰਾਏ ਹੈ, ਪੰਡਿਤ ਪੜ ਉੱਚਾ ਕੂਕਦਾ, ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨ ਜੀਨਈ, ਮਨ ਮੂਰਖ ਗਾਵਾਰ। ਦੂਜੇ ਭਾਏ ਜਗਤ ਪ੍ਰਬੋਧ ਦਾ, ਨਾ ਬੂਝਾ ਵਿਚਾਰ, ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ। ਵਾਰ ਸ੍ਰੀ ਰਾਗ ਮਹਲਾ ਤੀਜਾ ਪੰਨਾ 86। ਮਨਮੁਖ ਪੜ੍ਹੈ ਪੰਡਿਤ ਕਹਾਵੈ, ਦੂਜੇ ਭਾਏ ਮਹਾ ਦੁਖ ਪਾਵੈ। ਮਾਝ ਮਹਲਾ ਤੀਜਾ ਪੰਨਾ 128। ਮਾਇਆ ਕਾ ਮੁਹਤਾਜ ਪੰਡਿਤ ਕਹਾਵੈ, ਵਿਖਿਆ ਰਾਤਾ ਬਹੁਤ ਦੁਖ ਪਾਵੈ। ਜਮ ਕਾ ਗਾਲ ਜੇਵੜਾ ਨਿਤ ਕਾਲ ਸੰਤਾਵੈ, ਗੁਰਮੁਖ ਜਮਕਾਲ ਨੇੜ ਨ ਆਵੈ। ਗੌੜੀ ਮਹਲਾ ਤੀਜਾ ਪੰਨਾ 231। ਪੰਡਿਤ ਪੜ੍ਹੈ ਪੜਵਾਦ ਵਖਾਣੈ, ਤਿਨਾ ਬੂਝ ਨ ਪਾਈ, ਵਿਖਿਆ ਮਾਤੇ ਭਰਮ ਭੁਲਾਏ, ਉਪਦੇਸ਼ ਕਰੈ ਕਿਸ ਭਾਈ। ਰਾਮਕਲੀ ਮਹਲਾ ਤੀਜਾ ਪੰਨਾ 909। ਨਾਨਕ ਨਾਮ ਨ ਚੇਤਨੀ, ਅਗਿਆਨੀ ਅੰਧਲੇ ਅਵਰੇ ਕਰਮ ਕਮਾਏ। ਜਾਮਦਰ ਬੱਧੇ ਮਾਰੀਐ, ਫਿਰ ਵਿਸ਼ਟਾ ਮਾਏ ਪਚਾਏ। ਮਹਲਾ ਤੀਜਾ। ਨਾਨਕ ਸਤਿਗੁਰ ਸੇਵੈ ਆਪਣਾ, ਸੇ ਜਨ ਸੱਚੇ ਪਰਵਾਨ। ਹਰ ਕੈ ਨਾਈ ਸਮਾਏ ਰਹੇ, ਚੂਕਾ ਆਵਣ ਜਾਣ। ਵਾਰ ਸੂਰਠ ਮਹਲਾ ਤੀਜਾ ਪੰਨਾ 648। ਕਲ ਯੁਗ ਮੈਂ ਬਹੁ ਕਰਮ ਕਮਾਏ, ਨਾ ਰੁੱਤ ਨਾ ਕਰਮ ਥਾਏ ਪਾਏ। ਭੈਰੋਂ ਮਹਲਾ ਤੀਜਾ ਪੰਨਾ 1229। ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੈ ਹੋਰ, ਨਾਨਕ ਜਮਪੁਰ ਬੱਧੇ ਮਾਰੀਐ, ਜਿਉ ਸੰਨੀ ਉੱਪਰ ਚੋਰ। ਵਾਰ ਸਾਰੰਗ ਮਹਲਾ ਤੀਜਾ ਪੰਨਾ 1247। ਇਹਨਾਂ ਬਚਨਾਂ ਦੇ ਉਚਾਰਨ ਵਾਲੇ ਗੁਰੂ ਅਮਰਦਾਸ ਜੀ ਕਿਸ ਤਰ੍ਹਾਂ ਕਿਸੇ ਜਾਤੀ ਅਭਿਮਾਨੀ ਪੰਡਤ ਨੂੰ ਬੁਲਾਉਣ ਲਈ ਹੁਕਮ ਦਿੰਦੇ। ਸਾਧ ਵਿੱਚ ਲਿਖਿਆ ਹੈ, ਹਰ ਭਾਣਾ ਗੁਰ ਭਾਇਆ, ਗੁਰ ਜਾਵੈ ਹਰ ਪ੍ਰਭ ਪਾਸ ਜੀਓ। ਹਰ ਧਾਰ ਕਿਰਪਾ ਸਤਿਗੁਰੂ ਮਿਲਾਇਆ, ਧੰਨ ਧੰਨ ਕਹੈ ਸ਼ਾਬਾਸ਼ ਜੀਓ। ਰਾਮਕਲੀ ਸਦ ਪੰਨਾ 923। ਕਿਆ ਹਰ ਪ੍ਰਭੂ ਪਾਸ ਹਨੇਰਾ ਰਹਿੰਦਾ ਹੈ ਜਿੱਥੇ ਦੀਵੇ ਦੀ ਲੋੜ ਪਈ? ਔਰ ਕਿਆ ਉਥੇ ਲੰਗਰ ਵੀ ਮਸਤ ਹੈ ਜੋ ਜੌਂ ਦੇ ਆਟੇ ਦੇ ਪਿੰਨਾ ਪਰ ਗੁਜ਼ਾਰਾ ਕਰਨ ਦੀ ਜ਼ਰੂਰਤ ਮਾਲੂਮ ਹੋਈ? ਜੇ ਕੋਈ ਇਹ ਆਖੇ ਕਿ ਆਪ ਮਹਾਤਮਾ ਲੋਕ ਸੰਸਾਰ ਦੀ ਮਰਿਆਦਾ ਕਾਇਮ ਰੱਖਣ ਵਾਸਤੇ ਕਰਮ ਕਰਦੇ ਹਨ, ਤਾਂ ਇਹ ਗੱਲ ਵੀ ਇੱਥੇ ਨਹੀਂ ਬਣਦੀ, ਕਿਉਂਕਿ ਗੁਰੂ ਨਾਨਕ ਦੇਵ ਦੇ ਸਿੰਘਾਸਣ ਪਰ ਬਿਰਾਜਣ ਵਾਲੇ ਉਸੀ ਸਤਿਗੁਰੂ ਦੀ ਜੋਤ ਗੁਰੂ ਅਮਰਦਾਸ ਜੀ ਗੁਰਸਿੱਖੀ ਦੀ ਮਰਿਆਦਾ ਪ੍ਰਚਲਿਤ ਕਰਨ ਵਾਲੇ ਸਨ, ਨਾ ਕਿ ਪਾਖੰਡ ਜਾਲ ਨੂੰ ਆਪਣੇ ਮੱਤ ਵਿੱਚ ਤਰੱਕੀ ਦੇਣ ਵਾਲੇ। ਇਸ ਦੇ ਬਾਬਤ ਲਈ ਦੇਖੋ ਉਹ ਪ੍ਰਸੰਗ ਜੋ ਅਸੀਂ ਪਿੱਛੇ ਲਿਖ ਕੇ ਆਏ ਹਾਂ। ਹਿੰਦੂ ਰੀਤੀਆਂ ਦੂਰ ਕਰਕੇ ਗੁਰੂ ਅਮਰਦਾਸ ਸਾਹਿਬ ਪਰ ਬਾਦਸ਼ਾਹ ਅਕਬਰ ਪਾਸ
ਹਿੰਦੂ ਫਰਿਆਦੀ ਗਏ ਸਨ। ਸੋ ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।